सत श्री अकाल, नमस्ते, आदाब। बुक ट्यूब बाय पैरी चैनल ते आप सब का निੱਘਾ स्वागत है। सिख धर्म का संखेप इतिहास के सिरलेख हेठ शुरू की गई लड़ी के तहत गुरु साहबान के समय तो शुरू करते हुए पहली वीडियो आडियो के रूप में संखेप इतिहास गुरु नानक देव जी के सिरलेख हेठ जारी कर रहे हाँ। उम्मीद करते हाँ आप सबनों साडी ये कोशिश चंगी लगेगी। गुरु नानक देव जी प्रभु ਗਿਆਨ ਨਾਲ ਜਗਮਗਾਉਂਦੀ ਜੋਤ ਸਨ। ਉਹਨਾਂ ਦਾ ਜਨਮ ਉਸ ਸਮੇਂ ਹੋਇਆ ਜਦੋਂ ਭਾਰਤ ਵਿੱਚ ਅੰਧ ਵਿਸ਼ਵਾਸਾਂ, ਪਖੰਡਾਂ ਤੇ ਕਰਮਕਾਂਡਾਂ ਦਾ ਪੂਰਾ ਬੋਲਬਾਲਾ ਸੀ। ਧਾਰਮਿਕ ਆਗੂ ਅਗਿਆਨਤਾ ਫੈਲਾ ਕੇ ਜਨਤਾ ਦਾ ਸ਼ੋਸ਼ਣ ਕਰ ਰਹੇ ਸਨ। ਵੱਖ-ਵੱਖ ਧਰਮਾਂ ਤੇ ਜਾਤਾਂ ਦੇ ਲੋਕ ਆਪਸ ਵਿੱਚ ਲੜ ਰਹੇ ਸਨ। ਲਗਭਗ 7 ਸਦੀਆਂ ਤੋਂ ਵਿਦੇਸ਼ੀਆਂ ਦੇ ਹਮਲਿਆਂ ਨੇ ਉਹਨਾਂ ਨੂੰ ਡਰੂ ਬਿਰਤੀ ਵਾਲੇ ਬਣਾ ਦਿੱਤਾ ਸੀ ਅਤੇ ਉਹ ਆਪਣੇ ਧਰਮ ਅਸਥਾਨਾਂ ਦੀ ਪਵਿੱਤਰਤਾ, ਵਿਦਿਅਕ ਅਦਾਰਿਆਂ, ਆਪਣੀ ਪ੍ਰਾਚੀਨ ਸੱਭਿਅਤਾ, ਆਪਣੀਆਂ ਧੀਆਂ ਭੈਣਾਂ ਤੇ ਬਹੂ ਬੇਟੀਆਂ ਦੀ ਇੱਜ਼ਤ ਦੀ ਰਾਖੀ ਕਰਨ ਤੋਂ ਪੂਰੀ ਤਰ੍ਹਾਂ ਅਸਮਰੱਥ ਹੋ ਗਏ ਸਨ। ਉਦੋਂ ਭਾਰਤ ਵਿੱਚ ਵਿਦੇਸ਼ੀਆਂ ਦਾ ਰਾਜ ਪੂਰੀ ਤਰ੍ਹਾਂ ਸਥਾਪਿਤ ਹੋ ਚੁੱਕਾ ਸੀ। ਵਿਦੇਸ਼ੀ ਹਾਕਮ ਇੱਥੋਂ ਦੇ ਵਾਸੀਆਂ ਨਾਲ ਬਹੁਤ ਭੈੜਾ ਸਲੂਕ ਕਰਦੇ ਸਨ। ਗੁਲਾਮੀ ਇੱਥੋਂ ਦੇ ਲੋਕਾਂ ਦੇ ਹੱਡਾਂ ਵਿੱਚ ਰਚ ਚੁੱਕੀ ਸੀ। ਉਹ ਅੰਦਰ ਵੜ ਕੇ ਆਪਣੀਆਂ ਧਰਮ ਪੁਸਤਕਾਂ ਦਾ ਪਾਠ ਕਰਦੇ, ਪਰ ਜਨਤਕ ਤੌਰ 'ਤੇ ਹਾਕਮਾਂ ਦੇ ਧਰਮ ਗ੍ਰੰਥਾਂ ਦੀ ਉਸਤਤ ਕਰਦੇ ਰਹਿੰਦੇ। ਕੱਪੜੇ ਵੀ ਨੀਲੇ ਰੰਗ ਦੇ ਪਹਿਨਦੇ ਜੋ ਹਾਕਮਾਂ ਨੂੰ ਪਸੰਦ ਸਨ। ਆਪਣੇ ਮਨ ਅੰਦਰ ਉਹ ਵਿਦੇਸ਼ੀਆਂ ਦੀ ਬੋਲੀ, ਧਾਰਮਿਕ ਰਹੁ ਰੀਤਾਂ ਨੂੰ ਤਿਰਸਕਾਰਦੇ, ਪਰ ਵਿਵਹਾਰ ਇਸ ਦੇ ਬਿਲਕੁਲ ਉਲਟ ਕਰਦੇ। ਖਾਣ ਸਮੇਂ ਉਹੀ ਹਲਾਲ ਮਾਸ ਖਾਣ ਲਈ ਮਜਬੂਰ ਹੁੰਦੇ ਜੋ ਵਿਦੇਸ਼ੀਆਂ ਦੀ ਧਰਮ ਪੁਸਤਕ ਦਾ ਕਲਮਾ ਪੜ੍ਹ ਕੇ ਤੇ ਜਾਨਵਰ ਨੂੰ ਕੋਹ ਕੇ ਮਾਰ ਕੇ ਤਿਆਰ ਕੀਤਾ ਜਾਂਦਾ ਸੀ। ਆਪਣੀ ਬੋਲੀ ਨੂੰ ਛੱਡ ਕੇ ਲੋਕ ਹਾਕਮ ਸ਼੍ਰੇਣੀ ਦੀ ਬੋਲੀ ਬੋਲਣ ਦੇ ਆਦੀ ਹੋ ਗਏ ਸੀ। ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਵਿੱਚ ਇਹਨਾਂ ਗੱਲਾਂ ਦੀ ਖੁੱਲ੍ਹ ਕੇ ਵਿਆਖਿਆ ਵੀ ਕੀਤੀ ਤੇ ਗੁਲਾਮ ਮਾਨਸਿਕਤਾ ਤਿਆਗਣ ਦੀ ਪ੍ਰੇਰਣਾ ਵੀ ਦਿੱਤੀ। ਗੁਰੂ ਨਾਨਕ ਦੇਵ ਜੀ ਨੇ ਆਪਣੀ ਬਾਣੀ ਰਾਹੀਂ ਲੋਕਾਂ ਨੂੰ ਸਰਬਪੱਖੀ, ਅਧਿਆਤਮਕ, ਸਮਾਜਿਕ, ਆਰਥਿਕ ਅਤੇ ਰਾਜਨੀਤਿਕ ਖੇਤਰਾਂ ਵਿੱਚ ਅਗਵਾਈ ਦਿੱਤੀ, ਜਿਸ ਨਾਲ ਇੱਕ ਨਵੀਂ ਲਹਿਰ ਚੱਲ ਪਈ ਜੋ ਕਿ ਸਿੱਖ ਲਹਿਰ ਦੇ ਨਾਮ ਨਾਲ ਜਾਣੀ ਗਈ। ਗੁਰੂ ਨਾਨਕ ਦੇਵ ਜੀ ਦੇ ਵਿਚਾਰਾਂ ਨੂੰ ਮੰਨਣ ਵਾਲੇ ਤੇ ਆਪਣੇ ਜੀਵਨ ਵਿੱਚ ਧਾਰਨ ਵਾਲੇ ਲੋਕ ਸਿੱਖ ਕਹਾਏ। ਅਜਿਹੀ ਅਲੌਕਿਕ ਤੇ ਪ੍ਰਭੂ ਗੁਣ ਸੰਪੰਨ ਸ਼ਖਸੀਅਤ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ 15 ਅਪ੍ਰੈਲ ਸੰਨ 1469 ਨੂੰ ਜ਼ਿਲ੍ਹਾ ਸ਼ੇਖੂਪੁਰਾ ਵਿੱਚ ਰਾਏ ਭੋਏ ਦੀ ਤਲਵੰਡੀ ਵਿਖੇ ਹੋਇਆ, ਜਿਸ ਨੂੰ ਹੁਣ ਨਨਕਾਣਾ ਸਾਹਿਬ ਆਖਿਆ ਜਾਂਦਾ ਹੈ। ਇਹ ਅਸਥਾਨ ਪਾਕਿਸਤਾਨ ਵਿੱਚ ਲਾਹੌਰ ਤੋਂ 65 ਕਿਲੋਮੀਟਰ ਦੂਰ ਹੈ। ਉਹਨਾਂ ਦੇ ਪਿਤਾ ਮਹਿਤਾ ਕਾਲੂ ਕਲਿਆਣ ਰਾਏ ਜੀ ਇਲਾਕੇ ਦੇ ਜਗੀਰਦਾਰ ਰਾਏ ਬੁਲਾਰ ਦੇ ਪਟਵਾਰੀ ਸਨ। ਪਿਤਾ ਨੇ ਉਹਨਾਂ ਨੂੰ ਚੰਗੀ ਤੋਂ ਚੰਗੀ ਸੰਸਾਰਕ ਵਿੱਦਿਆ ਦੇਣ ਦੇ ਯਤਨ ਕੀਤੇ। ਕੁਝ ਸਾਲਾਂ ਵਿੱਚ ਹੀ ਆਪ ਜੀ ਨੇ ਹਿੰਦੀ, ਫਾਰਸੀ, ਸੰਸਕ੍ਰਿਤ ਆਦਿਕ ਭਾਸ਼ਾਵਾਂ ਦਾ ਗਿਆਨ ਪ੍ਰਾਪਤ ਕਰ ਲਿਆ। ਗੁਰੂ ਨਾਨਕ ਜੀ ਵਿੱਚ ਵਿਲੱਖਣ ਸ਼ਖਸੀਅਤ ਵਾਲੇ ਗੁਣ ਬਚਪਨ ਵਿੱਚ ਹੀ ਵਿਖਾਈ ਦੇਣ ਲੱਗ ਪਏ ਸਨ। ਸੰਸਾਰਕ ਵਿੱਦਿਆ ਦੇਣ ਵਾਲੇ ਅਧਿਆਪਕਾਂ ਨੂੰ ਆਪ ਕਈ ਵਾਰ ਅਜਿਹੇ ਪ੍ਰਸ਼ਨ ਕਰਦੇ ਕਿ ਇਹਨਾਂ ਦਾ ਅਧਿਆਪਕਾਂ ਕੋਲ ਕੋਈ ਜਵਾਬ ਨਾ ਹੁੰਦਾ। 9-10 ਸਾਲ ਦੀ ਉਮਰ ਵਿੱਚ ਆਪ ਨੇ ਇੱਕ ਬਹੁਤ ਵੱਡਾ ਕ੍ਰਾਂਤੀਕਾਰੀ ਕੰਮ ਕੀਤਾ। ਆਪ ਜੀ ਨੇ ਰਿਸ਼ਤੇਦਾਰਾਂ ਅਤੇ ਸਮਾਜ ਦੇ ਪ੍ਰਤਿਸ਼ਠ ਵਿਅਕਤੀਆਂ ਦੇ ਵੱਡੇ ਇਕੱਠ ਵਿੱਚ ਜਨੇਊ, ਜਿਹਨੂੰ ਕਿ ਜੰਝੂ ਵੀ ਕਿਹਾ ਜਾਂਦਾ ਹੈ, ਪਾਉਣ ਤੋਂ ਇਨਕਾਰ ਕਰ ਦਿੱਤਾ। ਜਨੇਊ ਹਿੰਦੂ ਧਰਮ ਵਿੱਚ ਦਾਖਲ ਹੋਣ ਅਤੇ ਬ੍ਰਾਹਮਣ ਦੀ ਅਗਵਾਈ ਨੂੰ ਸਵੀਕਾਰ ਕਰਨ ਦਾ ਲਖਾਇਕ ਹੈ। ਸਦੀਆਂ ਤੋਂ ਚੱਲੀ ਆ ਰਹੀ ਧਾਰਮਿਕ ਮਰਿਆਦਾ ਨੂੰ ਮੰਨਣ ਤੋਂ ਇਨਕਾਰ ਕਰ ਦੇਣਾ ਹੈਰਾਨ ਕਰਨ ਵਾਲਾ ਕੰਮ ਸੀ, ਜੋ ਉਦੋਂ ਤੱਕ ਕਿਸੇ ਹੋਰ ਨੇ ਨਹੀਂ ਸੀ ਕੀਤਾ। 18 ਸਾਲ ਦੀ ਉਮਰ ਵਿੱਚ ਆਪ ਦਾ ਵਿਆਹ ਹੋ ਗਿਆ। ਆਪ ਜੀ ਦੇ ਘਰ ਸ੍ਰੀ ਚੰਦ ਅਤੇ ਲక్ష్ਮੀ ਦਾਸ ਨਾਮ ਦੇ ਪੁੱਤਰਾਂ ਨੇ ਜਨਮ ਲਿਆ। ਜਿੱਥੇ ਆਪ ਬਚਪਨ ਤੋਂ ਪ੍ਰਭੂ ਚਿੰਤਨ ਵਿੱਚ ਜੁੜੇ ਰਹਿੰਦੇ ਸਨ, ਉੱਥੇ ਘਰ ਦੇ ਕੰਮ-ਕਾਜ ਵਿੱਚ ਵੀ ਪੂਰਾ ਹੱਥ ਵਟਾਉਂਦੇ ਸਨ। ਬਚਪਨ ਵਿੱਚ ਆਪ ਨੇ ਮੱਝਾਂ ਚਾਰੀਆਂ, ਜਵਾਨੀ ਵਿੱਚ ਦੁਕਾਨਦਾਰੀ ਕੀਤੀ, ਨੌਕਰੀ ਕੀਤੀ ਤੇ ਬੁਢਾਪੇ ਵਿੱਚ ਇੱਕ ਕਿਸਾਨ ਦੇ ਰੂਪ ਵਿੱਚ
ਖੇਤੀ ਵੀ ਕੀਤੀ। 35 ਕੁ ਸਾਲਾਂ ਦੀ ਉਮਰ ਵਿੱਚ ਆਪ ਆਪਣੀ ਵੱਡੀ ਭੈਣ ਬੀਬੀ ਨਾਨਕੀ ਜੀ ਪਾਸ ਸੁਲਤਾਨਪੁਰ ਲੋਧੀ ਚਲੇ ਗਏ। ਬੀਬੀ ਨਾਨਕੀ ਜੀ ਦੇ ਪਤੀ ਸੁਲਤਾਨਪੁਰ ਦੇ ਨਵਾਬ ਦੌਲਤ ਖਾਨ ਲੋਧੀ ਪਾਸ ਮੁਲਾਜ਼ਮ ਸਨ। ਉਹਨਾਂ ਨੇ ਗੁਰੂ ਨਾਨਕ ਦੇਵ ਜੀ ਨੂੰ ਵੀ ਮੋਦੀਖਾਨੇ ਦਾ ਇੰਚਾਰਜ ਲਵਾ ਦਿੱਤਾ। ਇਸ ਸਮੇਂ ਤੱਕ ਆਪ ਆਪਣੀਆਂ ਧਾਰਮਿਕ ਗਤੀਵਿਧੀਆਂ ਕਾਰਨ ਸਮਾਜ ਵਿੱਚ ਲੋਕਪ੍ਰਿਯਤਾ ਹਾਸਲ ਕਰ ਚੁੱਕੇ ਸੀ। 3 ਸਾਲ ਦੀ ਨੌਕਰੀ ਮਗਰੋਂ ਆਪ ਨੇ ਸੰਸਾਰ ਤਾਰਨ ਦਾ ਪ੍ਰੋਗਰਾਮ ਬਣਾ ਲਿਆ। ਆਪ ਨੇ ਭਾਰਤ ਅਤੇ ਇਸ ਦੇ ਨਾਲ ਲੱਗਦੇ ਦੇਸ਼ਾਂ ਵਿੱਚ 3 ਵੱਡੀਆਂ ਪ੍ਰਚਾਰ ਯਾਤਰਾਵਾਂ ਕੀਤੀਆਂ, ਜਿਨ੍ਹਾਂ ਨੂੰ ਪੁਰਾਣੇ ਸਿੱਖ ਸਾਹਿਤ ਵਿੱਚ ਉਦਾਸੀਆਂ ਦਾ ਨਾਮ ਦਿੱਤਾ ਗਿਆ ਹੈ। ਆਪਣੇ ਬਚਪਨ ਦੇ ਸਾਥੀ ਭਾਈ ਮਰਦਾਨਾ ਜੀ ਨੂੰ ਉਦਾਸੀਆਂ ਵਿੱਚ ਆਪਣੇ ਨਾਲ ਰੱਖਿਆ। ਇਨ੍ਹਾਂ ਉਦਾਸੀਆਂ ਦੇ ਦੌਰਾਨ ਆਪ ਸਾਊਦੀ ਅਰਬ, ਇਰਾਕ, ਈਰਾਨ, ਅਫਗਾਨਿਸਤਾਨ, ਪਾਕਿਸਤਾਨ, ਸ਼੍ਰੀਲੰਕਾ, ਤਿੱਬਤ, ਆਸਾਮ, ਬੰਗਾਲ, ਕਸ਼ਮੀਰ, ਪੰਜਾਬ ਅਤੇ ਭਾਰਤ ਦੇ ਹੋਰ ਵੱਖ-ਵੱਖ ਇਲਾਕਿਆਂ ਵਿੱਚ ਗਏ। ਆਪ ਹਿੰਦੂਆਂ, ਬੋਧੀਆਂ, ਜੈਨੀਆਂ, ਯੋਗੀਆਂ, ਸੂਫੀਆਂ ਅਤੇ ਮੁਸਲਮਾਨਾਂ ਦੇ ਵੱਡੇ-ਵੱਡੇ ਧਰਮ ਅਸਥਾਨਾਂ, ਡੇਰਿਆਂ ਆਦਿ ਤੇ ਵੀ ਗਏ। ਉੱਥੇ ਆਪ ਨੇ ਵਿਦਵਾਨਾਂ, ਪ੍ਰਚਾਰਕਾਂ, ਸਾਧਕਾਂ ਅਤੇ ਆਮ ਲੋਕਾਂ ਨਾਲ ਵਿਚਾਰ ਸਾਂਝੇ ਕੀਤੇ। ਹਰ ਥਾਂ ਆਪ ਨੇ ਅੰਧ ਵਿਸ਼ਵਾਸਾਂ, ਧਾਰਮਿਕ ਭੇਖਾਂ, ਕਰਮਕਾਂਡਾਂ, ਫੋਕਟ ਰੀਤੀ ਰਿਵਾਜਾਂ, ਸਮਾਜਿਕ ਕੁਰੀਤੀਆਂ ਦੀ ਨਿਖੇਧੀ ਕੀਤੀ ਅਤੇ ਸਦਾਚਾਰਕ ਤੇ ਪਰਮਾਰਥਕ ਦੈਵੀ ਗੁਣਾਂ ਨੂੰ ਧਾਰਨ ਕਰਨ ਦੀ ਪ੍ਰੇਰਣਾ ਦਿੱਤੀ। ਇਨ੍ਹਾਂ ਉਦਾਸੀਆਂ ਵਿੱਚ ਆਪ ਨੇ ਧਰਮਸ਼ਾਲਾਵਾਂ ਸਥਾਪਿਤ ਕੀਤੀਆਂ, ਸੰਗਤਾਂ ਥਾਪੀਆਂ ਤੇ ਪ੍ਰਚਾਰਕ ਵੀ ਨਿਯਤ ਕੀਤੇ। ਭਗਤਾਂ ਦੇ ਸ਼ਰਧਾਲੂਆਂ ਤੋਂ ਭਗਤਾਂ ਦੀ ਬਾਣੀ ਵੀ ਪ੍ਰਾਪਤ ਕੀਤੀ। ਜਦੋਂ ਆਪ ਆਖਰੀ ਉਦਾਸੀ ਤੋਂ ਵਾਪਸ ਆ ਰਹੇ ਸਨ ਤਾਂ ਸੈਦਪੁਰ, ਐਮਨਾਬਾਦ ਵਿਖੇ ਬਾਬਰ ਨੇ ਹਮਲਾ ਕਰ ਦਿੱਤਾ ਸੀ। ਉਸ ਨੇ ਅੰਨੀ ਲੁੱਟ ਮਚਾਈ, ਘਰ ਘਾਟ ਉਜਾੜ ਦਿੱਤੇ, ਇਸਤਰੀਆਂ ਦੀ ਬੇਪਤੀ ਹੋਈ, ਧਰਤੀ ਨਿਰਦੋਸ਼ ਲੋਕਾਂ ਦੇ ਖੂਨ ਨਾਲ ਰੰਗੀ ਗਈ। ਗੁਰੂ ਨਾਨਕ ਦੇਵ ਜੀ ਨੇ ਬਾਬਰ ਦੇ ਅਤਿਆਚਾਰਾਂ ਦੀ ਨਿਖੇਧੀ ਕਰਦਿਆਂ ਉਸ ਨੂੰ ਜਾਬਰ ਆਖਿਆ ਤੇ ਆਪ ਜੇਲ੍ਹ ਵਿੱਚ ਵੀ ਪਾਏ ਗਏ। ਆਪ ਨੇ ਬਾਬਰ ਦੇ ਹਮਲੇ ਬਾਰੇ 4 ਸ਼ਬਦ ਉਚਾਰਨ ਕੀਤੇ, 3 ਆਸਾ ਰਾਗ ਵਿੱਚ ਤੇ 1 ਤਿਲੰਗ ਰਾਗ ਵਿੱਚ। ਆਪ ਨੇ ਜਿੱਥੇ ਬਾਬਰ ਦੇ ਜ਼ੁਲਮਾਂ ਨੂੰ ਨਿੰਦਿਆ, ਉੱਥੇ ਇੱਥੋਂ ਦੇ ਪਠਾਨ ਹਾਕਮਾਂ ਨੂੰ ਵੀ ਝਾੜ ਪਾਈ, ਜੋ ਸ਼ਾਂਤੀ ਦੇ ਸਮੇਂ ਰੰਗ ਰਲੀਆਂ ਮਨਾਉਣ ਵਿੱਚ ਮਸਤ ਰਹੇ ਤੇ ਹਮਲੇ ਸਮੇਂ ਜਨਤਾ ਦੀ ਰੱਖਿਆ ਨਾ ਕਰ ਸਕੇ, ਸਗੋਂ ਆਪ ਵੀ ਬੁਰੀ ਮੌਤ ਤੇ ਮਾਰੇ ਗਏ। ਗੁਰੂ ਨਾਨਕ ਦੇਵ ਜੀ ਨੇ ਲੋਕਾਂ ਨੂੰ ਜੋ ਮੁੱਖ ਉਪਦੇਸ਼ ਦਿੱਤੇ, ਉਹਨਾਂ ਵਿੱਚ ਕੇਵਲ ਇੱਕ ਪਰਮਾਤਮਾ ਦੀ ਪੂਜਾ ਜਾਂ ਸਿਫਤ ਸਲਾਹ ਕਰੋ, ਜਿਸ ਦਾ ਕੋਈ ਆਦਿ ਅੰਤ ਨਹੀਂ, ਜੋ ਸਦੀਵੀ ਹੋਂਦ ਵਾਲਾ ਹੈ ਅਤੇ ਨਿਡਰ ਨਿਰਵੈਰ, ਸਮੇਂ ਦੇ ਬੰਧਨ ਤੋਂ ਆਜ਼ਾਦ, ਜਨਮ ਮਰਨ ਦੇ ਗੇੜ ਵਿੱਚ ਨਾ ਆਉਣ ਵਾਲਾ, ਜਿਸ ਦਾ ਪ੍ਰਕਾਸ਼ ਆਪਣੇ ਆਪ ਤੋਂ ਹੋਇਆ ਹੈ ਅਤੇ ਜਿਸ ਦੀ ਸੋਝੀ ਗੁਰੂ ਦੀ ਕਿਰਪਾ ਦੁਆਰਾ ਹੀ ਹੁੰਦੀ ਹੈ। ਜਾਤ-ਪਾਤ, ਛੂਤ-ਛਾਤ, ਊਚ-ਨੀਚ, ਇਲਾਕਾਵਾਦ ਅਤੇ ਧਰਮਾਂ ਦੇ ਭੇਦ-ਭਾਵ ਨੂੰ ਤਿਆਗੋ ਤੇ ਇੱਕੋ ਪ੍ਰਭੂ ਦੀ ਸੰਤਾਨ ਹੋਣ ਕਰਕੇ ਮਨੁੱਖੀ ਭਾਈਚਾਰੇ ਦਾ ਰੂਪ ਧਾਰਨ ਕਰੋ। ਸੱਚੀ ਸੁੱਚੀ ਕਿਰਤ ਕਰੋ, ਕਿਸੇ ਦਾ ਹੱਕ ਨਾ ਮਾਰੋ, ਰਿਸ਼ਵਤਖੋਰੀ ਤੇ ਭ੍ਰਿਸ਼ਟ ਤਰੀਕਿਆਂ ਦਾ ਧਨ ਨਾ ਕਮਾਵੋ। ਕਿਰਤ ਫਲ ਨੂੰ ਲੋੜਵੰਦਾਂ ਨਾਲ ਵੀ ਸਾਂਝਾ ਕਰੋ। ਪੰਜ ਵਿਕਾਰਾਂ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਤੋਂ ਹਮੇਸ਼ਾ ਬਚ ਕੇ ਰਹੋ। ਮਾਇਆ ਦੇ ਪ੍ਰਭਾਵ ਤੋਂ ਜਿੰਨਾ ਹੋ ਸਕੇ ਬਚੋ ਅਤੇ ਪਾਕ ਪਵਿੱਤਰ ਆਚਰਣ ਦੇ ਧਾਰਨੀ ਬਣੋ। ਨਾ ਕਿਸੇ ਤੋਂ ਡਰੋ ਅਤੇ ਨਾ ਕਿਸੇ ਨੂੰ ਡਰਾਓ। ਕਿਸੇ ਪ੍ਰਕਾਰ ਦੇ ਅਤਿਆਚਾਰ ਅੱਗੇ ਨਾ ਝੁਕੋ। ਅਤਿਆਚਾਰੀਆਂ ਦਾ ਟਾਕਰਾ ਕਰੋ ਅਤੇ ਅਤਿਆਚਾਰ ਨੂੰ ਖਤਮ ਕਰਨ ਦਾ ਹਰ ਹੀਲਾ ਕਰੋ। ਮਨੁੱਖ ਜਾਤੀ ਦੀ ਬਿਨਾਂ ਕਿਸੇ ਭੇਦਭਾਵ ਤੋਂ ਨਿਸ਼ਕਾਮ ਸੇਵਾ ਕਰੋ, ਇਸ ਨਾਲ ਪ੍ਰਭੂ ਪ੍ਰਸੰਨ ਹੁੰਦਾ ਹੈ। ਇਸਤਰੀ ਤੇ ਮਰਦ ਬਰਾਬਰ ਹਨ। ਇਸਤਰੀਆਂ ਨਾਲ ਧਾਰਮਿਕ ਤੇ ਸਮਾਜਿਕ ਖੇਤਰ ਵਿੱਚ ਕੋਈ ਭਿੰਨ ਭੇਦ ਨਹੀਂ ਹੋਣਾ ਚਾਹੀਦਾ। ਧਰਮ ਦੇ ਮਾਰਗ ਤੇ ਚੱਲਣ ਲਈ ਤੇ ਪ੍ਰਭੂ ਦੀ ਭਗਤੀ ਕਰਨ ਲਈ ਘਰ-ਬਾਰ ਤਿਆਗਣ ਦੀ ਕੋਈ ਲੋੜ ਨਹੀਂ। ਗ੍ਰਹਿਸਥ ਵਿੱਚ ਰਹਿੰਦਿਆਂ, ਪਰਿਵਾਰਕ ਫਰਜ਼ ਪੂਰੇ ਕਰਦਿਆਂ ਵੀ ਪ੍ਰਭੂ ਨਾਲ ਲਿਵ ਜੋੜੀ ਜਾ ਸਕਦੀ ਹੈ। ਆਪ ਪ੍ਰਭੂ ਦਾ ਨਾਮ ਜਪੋ ਤੇ ਹੋਰਨਾਂ ਨੂੰ ਨਾਮ ਜਪਣ ਦੀ ਪ੍ਰੇਰਣਾ ਦਿਓ। ਸਾਰੇ ਕਾਰਜ ਸਰਬੱਤ ਦੇ ਭਲੇ ਦੀ ਭਾਵਨਾ ਨਾਲ ਕਰੋ। ਗੁਰੂ ਨਾਨਕ ਦੇਵ ਜੀ ਆਪਣੀ ਸੰਸਾਰਕ ਯਾਤਰਾ ਦੇ ਆਖਰੀ 18 ਸਾਲ ਆਪ ਨੇ ਕਰਤਾਰਪੁਰ
ਕਰਤਾਰਪੁਰ ਵਿਖੇ ਬਿਤਾਏ। ਇਹ ਨਗਰ ਆਪਨੇ ਪਹਿਲੀ ਉਦਾਸੀ ਦੇ ਮਗਰੋਂ ਰਾਵੀ ਦਰਿਆ ਦੇ ਕੰਢੇ ਵਸਾਇਆ ਸੀ ਤੇ ਹੁਣ ਜੋ ਪਾਕਿਸਤਾਨ ਵਿੱਚ ਹੈ। ਕਰਤਾਰਪੁਰ ਦੀ ਧਰਮਸ਼ਾਲਾ ਵਿੱਚ ਸਵੇਰੇ ਸ਼ਾਮ ਸੰਗਤਾਂ ਜੁੜਨ ਲੱਗੀਆਂ, ਜਿੱਥੇ ਪ੍ਰਭੂ ਦੀ ਉਸਤਤ ਵਿੱਚ ਸ਼ਬਦ ਕੀਰਤਨ ਕੀਤਾ ਜਾਂਦਾ, ਗੁਰੂ ਦੀ ਬਾਣੀ ਦੀ ਵਿਆਖਿਆ ਕਰਦੇ ਤੇ ਉਪਦੇਸ਼ ਦਿੰਦੇ। ਸਭ ਜਾਤਾਂ ਧਰਮਾਂ ਦੇ ਮਨੁੱਖਾਂ ਲਈ ਸਾਂਝਾ ਗੁਰੂ ਕਾ ਲੰਗਰ ਆਰੰਭ ਕੀਤਾ ਗਿਆ, ਜਿਸ ਵਿੱਚ ਬ੍ਰਾਹਮਣ, ਸ਼ੂਦਰ, ਕਿਸਾਨ, ਦੁਕਾਨਦਾਰ, ਮੁਸਲਮਾਨ, ਯੋਗੀ ਤੇ ਹੋਰ ਸਭ ਇੱਕੋ ਪੰਗਤ ਵਿੱਚ ਨਾਲ ਬੈਠ ਕੇ ਲੰਗਰ ਛਕਦੇ। ਲੰਗਰ ਵਰਤਾਉਣ ਦੀ ਸੇਵਾ ਕੋਈ ਵੀ ਮਨੁੱਖ ਜਾਂ ਇਸਤਰੀ ਕਰ ਸਕਦੇ ਸੀ। ਧਰਮਸ਼ਾਲਾ ਵਿੱਚ ਝਾੜੂ ਦੇਣਾ, ਸੰਗਤਾਂ ਵਿੱਚ ਪੱਖਾ ਚੱਲਣਾ, ਪਾਣੀ ਪਿਲਾਉਣਾ, ਸੰਗਤਾਂ ਨੂੰ ਇਸ਼ਨਾਨ ਕਰਾਉਣ, ਲੰਗਰ ਅਤੇ ਲੱਕੜੀਆਂ ਲਿਆਉਣੀਆਂ, ਲੰਗਰ ਪਕਾਉਣ, ਦੀਵਾਨ ਵਿੱਚ ਕੀਰਤਨ ਕਰਨ ਆਦਿਕ ਦੀਆਂ ਸੇਵਾਵਾਂ ਧਰਮਸ਼ਾਲਾ ਵਿੱਚ ਨਿਭਾਈਆਂ ਜਾਂਦੀਆਂ ਸਨ। ਇਸ ਤੋਂ ਇਲਾਵਾ ਨਗਰ ਦੇ ਹਰੇਕ ਲੋੜਵੰਦ, ਦੀਨ ਦੁਖੀ, ਰੋਗੀ ਆਦਿ ਦੀ ਸੇਵਾ ਸੰਗਤਾਂ ਵੱਲੋਂ ਕੀਤੀ ਜਾਂਦੀ ਸੀ। ਕਰਤਾਰਪੁਰ ਪਹਿਲਾ ਆਦਰਸ਼ਕ ਸਿੱਖ ਨਗਰ ਸੀ, ਜਿੱਥੋਂ ਸਿੱਖੀ ਜੀਵਨ ਦੀ ਝਲਕ ਆਪ ਮੁਹਾਰੇ ਪੈਂਦੀ ਸੀ। ਇੱਥੇ ਨਾਮ ਜਪਣ, ਕਿਰਤ ਕਰਨ ਤੇ ਵੰਡ ਕੇ ਛਕਣ ਦੀ ਵਿਵਹਾਰਿਕ ਸਿੱਖਿਆ ਦਿੱਤੀ ਜਾਂਦੀ ਰਹੀ ਹੈ। ਕਰਤਾਰਪੁਰ ਵਿਖੇ ਹੀ ਭਾਈ ਲਹਿਣਾ ਜੀ ਆਪ ਦੀ ਸ਼ਰਨ ਵਿੱਚ ਆਏ ਤੇ ਵੈਸ਼ਨੋ ਦੇਵੀ ਤੇ ਜਵਾਲਾਮੁਖੀ ਦੇਵੀ ਦੀ ਪੂਜਾ ਛੱਡ ਕੇ ਗੁਰੂ ਜੀ ਦੇ ਮੁਰੀਦ ਬਣ ਗਏ। ਕੁਝ ਸਾਲਾਂ ਵਿੱਚ ਹੀ ਉਹ ਗੁਰੂ ਜੀ ਦਾ ਹੁਕਮ ਮੰਨਣ ਅਤੇ ਗੁਰੂ ਜੀ ਤੇ ਸੰਗਤਾਂ ਦੀ ਸੇਵਾ ਕਰਨ ਕਰਕੇ ਮੋਹਰੀ ਸਿੱਖਾਂ ਵਿੱਚ ਗਿਣੇ ਜਾਣ ਲੱਗੇ। ਸਮਾਜ ਨੂੰ ਬਦਲ ਕੇ ਨਵਾਂ ਰੂਪ ਦੇਣ ਲਈ ਲੰਮੇ ਸਮੇਂ ਦੀ ਲੋੜ ਸੀ। ਇਸ ਲਈ ਗੁਰੂ ਨਾਨਕ ਦੇਵ ਜੀ ਨੇ ਗੁਰੂ ਪ੍ਰਥਾ ਜਾਰੀ ਕਰਨ ਦਾ ਪ੍ਰੋਗਰਾਮ ਬਣਾਇਆ। ਆਪ ਜੀ ਨੇ ਭਾਈ ਲਹਿਣਾ ਜੀ ਨੂੰ ਗੁਰੂ ਅੰਗਦ ਦੇਵ ਜੀ ਦਾ ਨਾਮ ਦੇ ਕੇ ਸਿੱਖ ਲਹਿਰ ਨੂੰ ਅਗਵਾਈ ਦੇਣ ਦੀ ਜ਼ਿੰਮੇਵਾਰੀ ਸੌਂਪ ਦਿੱਤੀ। ਆਪਣੀ ਅਤੇ ਭਗਤਾਂ ਦੀ ਬਾਣੀ ਦਾ ਖਜ਼ਾਨਾ ਵੀ ਉਹਨਾਂ ਨੂੰ ਸੌਂਪ ਦਿੱਤਾ। ਗੁਰੂ ਨਾਨਕ ਦੇਵ ਜੀ 22 ਸਤੰਬਰ ਸੰਨ 1539 ਨੂੰ ਜੋਤੀ ਜੋਤ ਸਮਾ ਗਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।